ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦਿ ਸਚ ਜੁਗਾਦ ਸਚ ਹੈ ਭੀ ਸਚ। ਨਾਨਕ ਹੋਸੀ ਭੀ ਸਚ। ਰੂਪ ਨ ਰੇਖ ਨ ਰੰਗ ਕਿਛ ਤ੍ਰੈ ਗੁਣ ਤੇ ਪ੍ਰਭ ਭਿੰਨ। ਤਿਸੈ ਬੁਝਾਏ ਨਾਨਕਾ ਜਿਸ ਹੋਵੈ ਸੋ ਪ੍ਰਸੰਨ। ਸਤਿਗੁਰ ਨੋ ਸਭ ਕੋ ਦੇਖਦਾ ਜੇਤਾ ਜਗਤ ਸੰਸਾਰ। ਡਿਠੈ ਮੁਕਤ ਨ ਹੋਵੇ ਜਿਚਰ ਸ਼ਬਦ ਨਾ ਕਰੈ ਵਿਚਾਰ। ਗੁਰ ਜੈਸਾ ਨਾਹੀ ਕੋ ਦੇਵ ਜਿਸ ਮਸਤਕ ਭਾਗ ਸੋ ਲਾਗਾ ਸੇਵ। ਗੁਰੂ ਗੁਰੂ ਗੁਰ ਕਰ ਮਨ ਮੋਰ ਗੁਰੂ ਬਿਨਾ ਮੈਂ ਨਾਹੀ ਹੋਰ। ਦਰਸ਼ਨ ਦੇਖ ਜੀਵਾਂ ਗੁਰ ਤੇਰਾ ਪੂਰਨ ਕਰਮ ਹੋਵੇ ਪ੍ਰਭ ਮੇਰਾ। ਇਹੋ ਬੇਨੰਤੀ ਸੁਣ ਪ੍ਰਭ ਮੇਰੇ ਦੇਹੋ ਨਾਮ ਕਰ ਆਪਣੇ ਚੇਰੇ। ਸੋ ਕਹੋ ਟਲ ਗੁਰ ਸੇਵੀਐ ਅਹਨਸ ਸਹਿਜ ਸੁਭਾਏ। ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਝੱਟੀਐ। ਤੁਧ ਡਿਠੈ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ। ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹ। ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾਹ। ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸਾਹ। ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾਹ। ਸਤਨਾਮ ਵਾਹਿਗੁਰੂ ਸਾਹਿਬ ਜੀ। ਅਸੁਨ ਪ੍ਰੇਮ ਅਮਾਹੜਾ ਕਿਉ ਮਿਲਿਆ ਹਰ ਜਾਏ। ਮਨ ਤਨ ਪਿਆਸ ਦਰਸ਼ਨ ਘਣੀ ਕੋਈ ਆਣ ਮਿਲਾਵੈ ਮਾਏ। ਅਸੁਨ ਪ੍ਰੇਮ ਅਮਾਹੜਾ ਕਿਉ ਮਿਲਿਆ ਹਰ ਜਾਏ। ਮਨ ਤਨ ਪਿਆਸ ਦਰਸ਼ਨ ਘਣੀ ਕੋਈ ਆਣ ਮਿਲਾਵੈ ਮਾਏ। ਸੰਤ ਸਹਾਈ ਪ੍ਰੇਮ ਕੇ ਹਉ ਤਨ ਕੈ ਲਾਗਾਂ ਪਾਏ। ਬਿਨ ਪ੍ਰਭ ਕਿਉ ਸੁਖ ਪਾਈਐ ਦੂਜੀ ਨਾਹੀ ਜਾਏ। ਜਿਨੀ ਚਾਖਿਆ ਪ੍ਰੇਮ ਰਸ ਸੇ ਤ੍ਰਿਪਤ ਰਹੇ ਅਗਾਏ। ਆਪ ਤਿਆਗ ਬਿਨਤੀ ਕਰੈ ਲਿਹੋ ਪ੍ਰਭੂ ਲੜ ਲਾਏ। ਜੋ ਹਰ ਕੰਤ ਮਿਲਾਈਆਂ ਸੇ ਵਿਛੜ ਕਤਹਿ ਨਾ ਜਾਏ। ਪ੍ਰਭ ਬਿਨ ਦੂਜਾ ਕੋ ਨਹੀਂ ਨਾਨਕ ਹਰਿ ਸਰਣਾਏ। ਅਸੂ ਸੁਖੀ ਵਸੰਦੀਆਂ
ਜਿਨ੍ਹਾਂ ਮਇਆ ਹਰ ਰਾਏ, ਅਸੂ ਸੁਖੀ ਵਸੰਦੀਆਂ, ਜਿਨ੍ਹਾਂ ਮਇਆ ਹਰ ਰਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਜੀ ਦੀ ਸਾਜੀ ਨਵਾਜੀ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ, ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਰਹਿਮਤ ਹੋਈ ਹੈ ਕਿ ਆਪਾਂ ਸਾਰੇ ਅੰਮ੍ਰਿਤ ਵੇਲੇ ਤੋਂ ਸਤਿਗੁਰਾਂ ਦੇ ਦਰਸ਼ਨ ਦਿਦਾਰੇ ਕਰ ਰਹੇ ਹਾਂ। ਨਾਲ ਦੀ ਨਾਲ ਅੰਮ੍ਰਿਤਮਈ ਬਾਣੀ, ਪੰਜਾਂ ਬਾਣੀਆਂ ਦੇ ਨਿਤਨੇਮ ਔਰ ਆਸਾ ਜੀ ਦੀ ਵਾਰ, ਗੁਰੂ ਘਰ ਦੇ ਕੀਰਤਨੀਆਂ ਪਾਸੋਂ ਸਰਵਣ ਕਰ ਰਹੇ ਹਾਂ। ਉਪਰੰਤ ਅੱਜ ਜੋ ਸੰਗਰਾਂਦ ਦਾ ਦਿਹਾੜਾ ਹੈ, ਜੋ ਅੱਸੂ ਦਾ ਮਹੀਨਾ ਸ਼ੁਰੂ ਹੋਇਆ ਹੈ, ਉਹ ਸ਼ਬਦ ਦੀ 12 ਮਾਹਾਂ ਦੇ ਵਿੱਚੋਂ ਗੁਰੂ ਅਰਜਨ ਦੇਵ ਜੀ ਦੇ ਮੁਖ ਤੋਂ ਉਚਾਰਨ ਕੀਤੀ ਹੋਈ ਬਾਣੀ ਆਪ ਜੀ ਨੇ ਸਭ ਸਰਵਣ ਕੀਤਾ ਹੈ। ਇਹ ਜੋ ਵੱਡੇ ਭਾਗ ਹੁੰਦੇ ਨੇ, ਮਨੁੱਖਾ ਜਨਮ ਮਿਲਦਾ ਹੈ, ਪੂਰਬਲੇ ਕਰਮਾਂ ਅਨੁਸਾਰ ਮਨੁੱਖਾ ਜਨਮ ਮਿਲਦਾ ਹੈ। 84 ਲੱਖ ਜੂਨ ਦੇ ਵਿੱਚੋਂ ਜਦੋਂ ਅਸੀਂ ਸਵਾਸਾਂ ਰੂਪੀ ਧਨ ਕੁਛ ਜਮ੍ਹਾਂ ਕਰਾ ਲੈਂਦੇ ਹਾਂ, ਉਹਦੇ ਬਦਲੇ ਮਨੁੱਖਾ ਜਨਮ ਮਿਲਦਾ ਹੈ। ਗੁਰਬਾਣੀ 'ਚ ਫਰਮਾਨ ਕਰਦੇ ਨੇ, ਪੂਰਵ ਜਨਮ ਪਰਚੂਨ ਕਮਾਏ। ਪਰਚੂਨ ਹੁੰਦਾ ਥੋੜ੍ਹਾ ਥੋੜ੍ਹਾ ਧਨ ਇਕੱਠਾ ਕਰਨਾ, ਸਵਾਸਾਂ ਦਾ ਧਨ ਇਕੱਠਾ ਕੀਤਾ। ਕਿਉਂਕਿ 84 ਲੱਖ ਜੂਨ ਉਸ ਪਰਮੇਸ਼ਰ ਨੂੰ ਜਪਦੀ ਆ, ਹਰ ਇੱਕ ਜੀਵ ਉਹਨੂੰ ਧਿਆਉਂਦਾ ਹੈ, ਪਰੰਤੂ ਮਿਲਾਪ ਇਕੱਲਾ ਮਨੁੱਖਾ ਜਨਮ 'ਚ ਹੀ ਹੁੰਦਾ ਹੈ। ਬਾਕੀ ਜੂਨਾਂ 'ਚ ਪਰਮਾਤਮਾ ਦਾ ਮਿਲਾਪ ਨਹੀਂ ਹੋ ਸਕਦਾ। ਇਸ ਲਈ ਅਸੀਂ ਉਸ ਪਰਮੇਸ਼ਰ ਨੂੰ ਪਿਛਲੇ ਜਨਮਾਂ ਦੇ ਵਿੱਚ ਧਿਆਇਆ, ਥੋੜ੍ਹਾ ਥੋੜ੍ਹਾ ਸਵਾਸਾਂ ਦਾ ਧਨ ਇਕੱਠਾ ਕੀਤਾ, ਮਾਲਕ ਖੁਸ਼ ਹੋਇਆ, ਉਸ ਨੇ ਸਾਨੂੰ ਇਹ ਮਨੁੱਖਾ ਜਨਮ ਦਿੱਤਾ ਹੈ। ਉਹਦੀ ਕਿਰਪਾ ਦੇ ਨਾਲ, ਉਹਦੀ ਰਹਿਮਤ ਦੇ ਨਾਲ ਹੀ ਇਹ ਸਤ ਸੰਗਤ ਦੀ ਪ੍ਰਾਪਤੀ ਹੁੰਦੀ ਆ। ਇਹ ਵੀ ਕਰਮਾਂ ਦਾ ਖੇਲ ਹੀ ਹੈ, ਇਹ ਵੀ ਭਾਗਾਂ ਦਾ ਖੇਲ ਹੈ। ਬਿਨਾਂ ਭਾਗਾਂ ਤੋਂ ਸਤ ਸੰਗਤ ਦੀ ਪ੍ਰਾਪਤੀ ਨਹੀਂ ਹੁੰਦੀ, ਅਤੇ ਬਿਨਾਂ ਸਤ ਸੰਗਤ ਤੋਂ ਪ੍ਰਭੂ ਦਾ ਮਿਲਾਪ ਨਹੀਂ ਹੁੰਦਾ। ਸੰਗਤ ਤੋਂ ਬਿਨਾਂ ਇਹ ਜੀਵਨ ਜਿਹੜਾ ਹੈ ਪਸ਼ੂ ਦੀ ਨਿਆਈ ਹੁੰਦਾ ਹੈ। ਗੁਰਬਾਣੀ 'ਚ ਸੱਚੇ ਪਾਤਸ਼ਾਹ ਫਰਮਾਨ ਕਰਦੇ ਨੇ, ਜਿਹੜਾ ਜੀਵ ਸਤ ਸੰਗਤ ਨਹੀਂ ਕਰਦਾ, ਜਿਹੜੇ ਜੀਵ ਨੂੰ ਸ਼ਬਦ ਦਾ ਭੇਤ ਨਹੀਂ, ਜਿਹੜੇ ਜੀਵ ਨੂੰ ਪਰਮਾਤਮਾ ਦਾ ਭੇਤ ਨਹੀਂ, ਜਿਸ ਜੀਵ ਨੂੰ ਗੁਰੂ ਦਾ ਗਿਆਨ ਨਹੀਂ, ਉਹਦੇ ਬਾਰੇ ਗੁਰਬਾਣੀ 'ਚ ਦੱਸਦੇ ਨੇ, ਹੈ ਤਾਂ ਮਨੁੱਖਾ ਜਨਮ ਲਿਆ ਉਹਨੇ, ਪਰ ਜਨਮ ਉਹਦਾ ਮਨੁੱਖਾ ਕਿਹੋ ਜਿਹਾ ਹੈ। ਮਹਾਰਾਜ ਫਰਮਾਨ ਕਰਦੇ ਨੇ, ਕਹਿੰਦੇ, ਬਿਨ ਸੰਗਤੀ ਸਭ ਐਸੇ ਰਹਿ ਜੈਸੇ ਪਸ਼ੂ ਢੋਰ, ਜਿਨ ਕੀਤੇ ਤਿਸੇ ਨਾ ਜਾਣਨੀ, ਬਿਨ ਨਾਵੈ ਸਭ ਚੋਰ। ਇਸ ਲਈ ਜਿਸ ਪ੍ਰਭੂ ਪਰਮੇਸ਼ਰ ਨੇ ਸਾਨੂੰ ਇਹ ਮਨੁੱਖਾ ਜਨਮ ਦਿੱਤਾ ਹੈ, ਉਹਨੂੰ ਭੁੱਲਿਆ ਹੀ ਫਿਰਦਾ ਸਤ ਸੰਗਤ ਤੋਂ ਬਿਨਾਂ। ਇਸ ਲਈ ਸਤ ਸੰਗਤ ਦੀ ਪ੍ਰਾਪਤੀ ਅਕਾਲ ਪੁਰਖ ਵਾਹਿਗੁਰੂ ਦੇ ਕਿਰਪਾ ਦੇ ਨਾਲ, ਭਾਗਾਂ ਦੇ ਨਾਲ, ਸਾਡੇ ਕੋਈ ਅੱਛੇ ਕਰਮਾਂ ਦੇ ਅਨੁਸਾਰ ਹੀ ਪ੍ਰਾਪਤੀ ਹੁੰਦੀ ਹੈ। ਫਿਰ ਵੀ ਕੋਈ ਜੀਵ ਸਤ ਸੰਗਤ 'ਚ ਆ ਜਾਵੇ, ਸਤ ਸੰਗਤ 'ਚ ਆਉਣ ਦੇ ਨਾਲ ਸਾਡੇ ਪੂਰਬਲੇ ਕਰਮ ਜਿਹੜੇ ਆ ਉਹ ਨਾਸ਼ ਹੋ ਜਾਂਦੇ ਨੇ, ਕੀਤੇ ਹੋਏ ਪਾਪ ਖੰਡਨ ਹੋ ਜਾਂਦੇ ਨੇ। ਕਿਉਂਕਿ ਸਤ ਸੰਗਤ ਦੇ ਵਿੱਚ ਹਰੀ ਵਸਦਾ, ਹਰੀ ਦੀ ਨਜ਼ਰ ਪੈਣ ਦੇ ਨਾਲ ਇਹ ਕੀਤੇ ਪਾਪ ਖੰਡਨ ਹੋ ਜਾਂਦੇ ਨੇ। ਇਸ ਲਈ ਸਤ ਸੰਗਤ ਦੇ ਵਿੱਚ ਕਿਰਪਾ ਹੁੰਦੀ ਆ, ਬਿਨਾਂ ਸਤ ਸੰਗਤ ਤੋਂ ਕਿਤੇ ਵੀ ਹੋਰ ਇਸ ਮਨੁੱਖਾ ਜਨਮ ਦਾ ਲਾਹਾ ਨਹੀਂ ਮਿਲਦਾ। ਅੱਜ ਦਾ ਜੋ ਸ਼ਬਦ ਅੱਸੂ ਦੇ ਮਹੀਨੇ ਦੀ ਵਿਚਾਰ ਗੁਰੂ ਅਰਜਨ ਦੇਵ ਜੀ ਸੱਚੇ ਪਾਤਸ਼ਾਹ, ਕਿਉਂਕਿ 12 ਮਾਹਾਂ 12 ਮਹੀਨਿਆਂ ਦੀ ਵਿਚਾਰ ਹੈ। ਦੁਨੀਆ ਦੇ ਲੋਕ
क्योंकि संसार दे विच इन्हां दिनां नूं पवित्र समझदे होए इकट्ठे हुंदे सीगे। नानक दे घर ने जिथे इकट्ठ हुंदा सी उत्थे जाके ये शब्द की विचार का भेद, उस निरंकार का भेद दिता जाके, क्योंकि जीव भरम दे विच हुंदे ने। जिवें अज का दिहाड़ा संगरांद का दिहाड़ा आउणगे तो बहुत, पर लाहा कोई विरला लैके जाऊगा, क्योंकि इत्थे बैठ के जिन्ना चਿਰ शब्द की विचार ही नहीं हुई, शब्द की विचार सुनियो ही नहीं, उन्ना चਿਰ पता ही नहीं लगना। वैसे संगरांद मना ली है, बहुत दुनिया ने कर्म कांड भी करना है, परंतु इस दिन गुरु साहबा ने अस्सू दे महीने की विचार सुनन नूं कहा सी। बैठणगे सुनणगे, कुछ ज्ञान आऊगा, इन्हां नूं पता लगूगा किवें असीं मनुखा जन्म लिया ते किवें परमात्मा नूं मिलना है। ये हर शब्द दे विच भेद दिता, अस्सू दे महीने दे विच यही भेद दिता होया कि मनुखा जन्म तुसीं किवें सफल करना है, किवें उस प्रभु परमेश्वर नाल मिलाप करना है। श्री गुरु ग्रंथ साहिब की बाणी उस परमेश्वर तो इस संसार की रचना किवें होई, असीं किवें पैदा होए, किवें साडा विछोड़ा पिया ते किवें मिलाप हुंदा है, विछड़न तो लैके मिलाप तक की कहानी आ। इस करके इसनूं अकथ कहानी भी कहा गया। अकथ कहते ने परमेश्वर नूं जिन्हों कथया नहीं जा सकता, कहानी आ संसार। संसार एक कहानी आ, नाटक है। ये सारी कहानी का भेद गुरु की शरण च आके आउंदा है, किवें विछड़े ते किवें मिलना है। विछड़न तो लैके मिलाप तक की कहानी नूं अकथ कहानी कहा गया है। महाराज कहते कोई विरला जीव ये कहानी नूं जाणदा है। फरमान करते ने अकथ कहानी पद नरवाणी को विरला गुरमुख बुझे, वो आप गवावै शब्द समावै त्रै भवन सोझी सूझै। वो शब्द दे विच समा जावे, शब्द का ज्ञान आ जावे, उन्हों त्रै भवन की सोझी हो जाती है, तरलोकी का ज्ञान हो जाता है। इसलिए ये जिन्ना चਿਰ असीं प्रेम की कहानी, अकथ की कहानी सुनते नहीं, साडे अंदर प्रेम नहीं पैदा हुंदा। उस प्रभु नूं मिलण दे लई साडे अंदर तड़फ नहीं पैदा हुंदी, क्योंकि सानूं पता ही नहीं कोई विछोड़ा भी पिया होया। बहुत जीव है जिन्होंने पता ही नहीं, कोई विछोड़े की गल भी चल रही है, किहदे नाल विछोड़ा पिया, किवें विछोड़ा पिया। आओ गुरु अर्जन देव जी सच्चे पातशाह अस्सू दे महीने दे विच की समझाउंदे ने, सरवण करिए। सतनाम वाहिगुरु साहिब जी। आसुन प्रेम अमाहड़ा, क्यों मिलिए हर जाए। मन तन प्यास दर्शन घणी, कोई आन मिलावै माए। अस्सू दे महीने दे राही गुरु अर्जन देव जी कहते ने, जदों ये जीव रूप इस्त्री ने सत संगत की, ਇਹਦੇ अंदर मिलण लई चाह पैदा होया। असुन प्रेम अमाहड़ा, अंदर तड़प पैदा हुई मिलण दी। ये सत संगत करके किसी विरले विरले के अंदर पैदा हुंदी है, सारे अंदर नहीं, क्योंकि सारे इत्थे मिलण लई नहीं आए। गुरु घर दे विच गुरु कोले गुरु नूं ते परमेश्वर नूं मिलण लई कोई विरला आउंदा है। ਜਿਹੜੇ गुरु ਨੂੰ मिलण आए, गुरु ने उन्होंने ज्ञान दिता, ज्ञान दिता भी वो परमेश्वर ਨੂੰ मिलना किवें आ। जदों मिलन का ज्ञान होया, तड़प पैदा हुई जिग्यासू के अंदर, ਜਿਹੜੇ चाहुंदे ने मिलना, उन्हां दे अंदर एक फिर तड़प पैदा हुई, तड़प बराग पैदा होया। फिर वो बेनतियां करदियां गुरु दे अगे, क्यों मिलिए हर जाए। किवें मैं वाहिगुरू नूं मिलां, उस परमेश्वर नूं मैं किवें मिलां, क्योंकि उहदा कोई रूप रंग रेख भेख नहीं। इसलिए जिहदा कोई आकार ही नहीं, उहनूं मिलना भी बहुत औखा है। किवें उस नूं मिलीए। ये शब्द दे विच यही भेज दिता फिर गुरु अर्जन देव जी ने। महाराज कहंदे जिन्हां दे अंदर प्रेम पैदा हुंदा है, दर्शनां दी तांघ, दर्शन प्यासी दिन सरात,
ਚਿਤਵੂ ਆਨੰਦਨ ਨੀਤ, ਜਿਨ੍ਹਾਂ ਦੇ ਅੰਦਰ ਨਿਤ ਚਿਤਵਣੀ ਲੱਗੀ ਹੋਈ ਹੈ ਵੀ ਉਸ ਪ੍ਰਭੂ ਨੂੰ ਮਿਲਣਾ ਹੈ ਤੇ ਕਿਵੇਂ ਮਿਲਿਆ ਜਾਵੇ, ਮੈਨੂੰ ਕੋਈ ਮਿਲਾ ਦੇਵੇ। ਇਹ ਅੰਦਰ ਤੜਪ ਪੈਦਾ ਹੋ ਗਈ। ਅਸੁਨ ਪ੍ਰੇਮ ਅਮਾਹੜਾ, ਕਿਉਂ ਮਿਲੀ ਹੈ ਹਰ ਜਾਏ, ਕਿਵੇਂ ਉਸ ਵਾਹਿਗੁਰੂ ਨੂੰ ਮਿਲਿਆ ਜਾਵੇ। ਮਨ ਤਨ ਪਿਆਸ ਦਰਸ਼ਨ ਘਣੀ, ਕੋਈ ਆਣ ਮਿਲਾਵੇ ਮਾਏ। ਮਨ ਦੇ ਵਿੱਚ, ਤਨ ਦੇ ਵਿੱਚ ਬਿਰਹੋਂ ਦਾ, ਵਿਛੋੜੇ ਦਾ, ਦਰਸ਼ਨਾਂ ਦੀ ਤਾਂਘ ਬਣ ਗਈ। ਬਿਰਹੋਂ ਦਾ ਵਿਛੋੜਾ, ਉਸ ਪਰਮੇਸ਼ਰ ਦਾ ਬਿਰਹੋਂ। ਕਬੀਰ ਸਾਹਿਬ ਕਹਿੰਦੇ ਨੇ, ਬਿਰਹੋ ਬਿਰਹਾ ਆਖੀ ਹੈ ਬਿਰਹਾ ਤੂੰ ਸੁਲਤਾਨ। ਮਹਾਰਾਜ ਕਹਿੰਦੇ, ਜਿਸ ਤਨ ਬਿਰਹੋ ਨਾ ਉਪਜੇ ਸੋ ਤਨ ਜਾਣ ਮਸਾਨ। ਜਿਸ ਦੇ ਅੰਦਰ ਕਹਿੰਦੇ ਇਹ ਵਿਛੋੜੇ ਦੀ ਤੜਪ ਹੀ ਨਹੀਂ ਪੈਦਾ ਹੋਈ, ਉਹ ਤਾਂ ਮਸਾਨ ਮੜੀਆਂ ਦੀ ਤਰ੍ਹਾਂ ਹੈ ਸਰੀਰ। ਇਸ ਲਈ ਮਨ ਤਨ ਪਿਆਸ, ਪਿਆਸ ਮਿਲਣ ਦੀ ਪਿਆਸ। ਜਿਵੇਂ ਕਿ ਸੰਸਾਰ ਦੇ ਵਿੱਚ ਆਪਾਂ ਦੇਖਦੇ ਹਾਂ, ਤਨ ਨੂੰ ਪਿਆਸ ਲੱਗੀ ਹੋਵੇ ਪਾਣੀ ਦੀ, ਉਹ ਪਾਣੀ ਨਾਲ ਹੀ ਬੁਝਣੀ ਆ। ਉਹਨੂੰ ਪਾਣੀ ਦੀ ਪਿਆਸ ਲੱਗੀ, ਉਹਨੂੰ ਹੋਰ ਵਸਤੂਆਂ ਦੇਈ ਜਾਓ, ਉਹਦੀ ਪਿਆਸ ਨਹੀਂ ਖਤਮ ਹੁੰਦੀ। ਇਸੇ ਤਰ੍ਹਾਂ ਹੀ ਜਦੋਂ ਸਾਡੇ ਅੰਦਰ ਮਿਲਣ ਦੀ ਪਿਆਸ, ਉਹ ਮਿਲਣ ਤੋਂ ਬਿਨਾਂ ਫਿਰ ਰਹਿ ਨਹੀਂ ਸਕਦਾ, ਉਹ ਪਿਆਸ ਹੀ ਐਸੀ ਹੈ। ਇਸ ਲਈ ਮਹਾਰਾਜ ਕਹਿੰਦੇ ਮਨ ਤਨ, ਮਨ ਤੇ ਤਨ ਦੇ ਵਿੱਚ, ਕਿਉਂਕਿ ਮਨ ਦੇ ਵਿੱਚ ਪਿਆਸ ਹੋਵੇ, ਤਨ ਦੀ ਤਾਂ ਪਿਆਸ ਬਹੁਤ ਤੋਂ ਬਹੁਤ ਦਿਖਾਵਾ ਹੈ ਕਿ ਮਨ ਦੇ ਵਿੱਚ ਪਿਆਸ ਹੈ। ਜੇ ਪਿਆਸ ਹੈ ਤਾਂ ਫਿਰ ਤਾਂ ਰੋਜ਼ ਗੁਰੂ ਦੇ ਕੋਲੇ ਆਊਗਾ, ਸਤ ਸੰਗਤ ਕਰੂਗਾ। ਕਿਉਂਕਿ ਮੈਂ ਦੇਖਦਾ ਕਿ ਸਾਡੇ ਬਹੁਤ ਵੱਡੇ ਭਾਗ ਨੇ। ਅਸੀਂ ਕਈ ਵਾਰ ਨਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਬਹੁਤ ਵੱਡੀ ਸੰਸਥਾ ਤੇ ਬਹੁਤ ਵਧੀਆ ਸੰਸਥਾ ਹੈ, ਬਸ ਅਸੀਂ ਦੇਖਣ ਔਗਣ ਹੀ ਆਉਂਦੇ ਹਾਂ। ਇੱਥੇ ਕਿਤੇ ਗੁਣਾਂ ਦੀ ਸਾਂਝ ਕੀਤੀ ਹੋਵੇ ਤਾਂ ਪਤਾ ਲੱਗੇ। ਇੱਥੇ ਲੜੀਵਾਰ ਕਥਾ ਚੱਲ ਰਹੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ, ਤੇ ਗੁਰਮੁਖ ਜਨ ਬੜੇ ਪ੍ਰੇਮ ਦੇ ਨਾਲ ਤੁਹਾਨੂੰ ਰੋਜ਼ ਕਥਾ ਸੁਣਾਉਂਦੇ ਨੇ। ਤੇ ਜਿਹਨੇ ਇਹ ਕਥਾ ਸੁਣ ਲਈ, ਲੜੀਵਾਰ ਕਥਾ, ਤੇ ਅੰਦਰ ਪ੍ਰੇਮ ਪੈਦਾ ਹੋ ਜਾਂਦਾ ਹੈ, ਮਿਲਣ ਦੀ ਤਾਂਘ ਪੈਦਾ ਹੋ ਜਾਂਦੀ ਹੈ। ਇਹ ਕਥਾ ਨੂੰ ਗੁਰਬਾਣੀ 'ਚ ਅਮਰ ਕਥਾ ਕਿਹਾ ਗਿਆ ਹੈ। ਜਿਹੜਾ ਇਹ ਕਥਾ ਸੁਣ ਲੈਂਦਾ ਹੈ ਉਹ ਅਮਰ ਪਦਵੀ ਨੂੰ ਪਾ ਜਾਂਦਾ ਹੈ। ਮੇਰੇ ਹਿਸਾਬ ਦੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਤਕਰੀਬਨ ਜਿੰਨੇ ਵੀ ਗੁਰਦੁਆਰੇ ਆ, ਮੈਂ ਦੇਖਿਆ ਹੈ, ਹਰ ਗੁਰਦੁਆਰੇ 'ਚ ਅੰਮ੍ਰਿਤ ਵੇਲੇ ਲੜੀਵਾਰ ਕਥਾ ਚੱਲਦੀ ਹੈ। ਤੇ ਆਹ ਜਿਹੜੇ ਸਾਨੂੰ ਨਿੰਦਦੇ ਨੇ ਨਾ, ਇਹਨਾਂ ਦੇ ਗੁਰਦੁਆਰੇ 'ਚ ਜਾ ਕੇ ਦੇਖੋ ਕਿ ਇਹ ਗੁਰੂ ਗ੍ਰੰਥ ਸਾਹਿਬ ਦੀ ਲੜੀਵਾਰ ਕਥਾ ਕਿਤੇ ਚੱਲਦੀ ਹੈ, ਕੋਈ ਹੋਊਗਾ ਬਿਰਲਾ, ਪਰ ਅਸੀਂ ਨਿੰਦਾ ਹੀ ਕਰਨ ਜਾਣਦੇ ਹਾਂ। ਇਹ ਕਥਾ ਜਿਹੜੀ ਹੈ ਅਮਰ ਕਥਾ ਹੈ। ਜਿਉਂਦੇ ਜੀ ਅਮਰ ਪਦਵੀ ਨੂੰ ਪਾ ਜਾਂਦਾ ਜੀਵ ਇਹ ਕਥਾ ਸੁਣ ਲਵੇ। ਇਹ ਸ਼ਬਦ ਹਿਰਦੇ 'ਚ ਵਸ ਜਾਣ ਕਿਤੇ। ਮਨ ਤਨ ਪਿਆਸ, ਫਿਰ ਮਨ ਤੇ ਤਨ ਇਹਦੇ ਵਿੱਚ ਪਿਆਸ ਲੱਗ ਜਾਂਦੀ ਹੈ। ਦਰਸ਼ਨ ਘਣੀ, ਪਰਮੇਸ਼ਰ ਦੇ ਦਰਸ਼ਨਾਂ ਦੀ ਬਹੁਤ ਪਿਆਸ ਘਣੀ। ਫਿਰ ਕੀ ਬੇਨਤੀ ਕਰਦਾ, ਕੋਈ ਆਣ ਮਿਲਾਵੇ ਮਾਏ, ਮੈਨੂੰ ਕੋਈ ਉਸ ਪ੍ਰਭੂ ਦੀ ਗੱਲ ਸੁਣਾਵੇ, ਕੋਈ ਮੈਨੂੰ ਪ੍ਰੀਤਮ ਦੀ ਗੱਲ ਸੁਣਾਵੇ, ਦੂਜੀ ਗੱਲ ਮੈਂ ਸੁਣਨੀ ਹੀ ਨਹੀਂ ਚਾਹੁੰਦਾ। ਫਿਰ ਉਹ ਜਿਹੜੀਆਂ ਮਨ ਘੜਤ ਕਹਾਣੀਆਂ ਉਹ ਨਹੀਂ ਸੁਣਦਾ, ਕਿਉਂਕਿ ਇਹਦੇ ਅੰਦਰ ਪ੍ਰੇਮ ਹੈ। ਉਹ ਫਿਰ ਪ੍ਰੀਤਮ ਦੀ ਕਥਾ ਸੁਣਦਾ, ਮੇਰੇ ਪ੍ਰੀਤਮ ਕੀ ਕੋਈ ਬਾਤ ਸੁਣਾਵੇ। ਉਹਦੇ ਅੰਦਰ ਇਹ ਤੜਪ ਹੈ ਕਿ ਮੈਨੂੰ ਪ੍ਰੀਤਮ ਦੀ ਗੱਲ ਹੀ ਸੁਣਾਵੇ ਬਸ। ਮਨ ਤਨ ਪਿਆਸ ਦਰਸ਼ਨ ਘਣੀ, ਕੋਈ ਆਣ ਮਿਲਾਵੇ ਮਾਏ। ਹੇ ਮੇਰੀ ਮਾਏ, ਕੋਈ ਮੈਨੂੰ ਉਸ ਪ੍ਰਭੂ ਨੂੰ ਮਿਲਾ ਦੇਵੇ, ਮਿਲਣ ਦਾ ਰਸਤਾ ਦੱਸ ਦੇਵੇ। ਬੜੀ ਤੜਪ ਪੈਦਾ ਹੋ ਗਈ। ਗੁਰੂ ਅਰਜਨ ਦੇਵ ਜੀ ਸੱਚੇ ਪਾਤਸ਼ਾਹ ਦੱਸਦੇ ਨੇ ਕਿੰਨੀ ਤੜਪ ਪੈਦਾ ਹੋਈ। ਕਹਿੰਦੇ ਇੱਕ ਪਲ ਦਿਵਸ ਮੁਕ ਕਬੂ ਨਾ ਬਿਹਾਵੈ, ਦਰਸ਼ਨ ਕੀ ਮੋਹਿ ਆਸ ਕਨੇਰੀ, ਐਸਾ ਕੋਈ ਸੰਤ ਮੁਕ ਪ੍ਰਿਯ ਮਿਲਾਵੈ। ਕਹਿੰਦੇ ਇੱਕ ਪਲ ਦਾ ਵਿਛੋੜਾ ਵੀ ਹੁਣ ਝੱਲਣਾ ਔਖਾ ਹੋ ਗਿਆ। ਇੱਕ ਪਲ
ਇੱਕ ਦਿਨ ਵਾਂਗੂ ਲੰਘਦਾ ਹੈ, ਦਿਨ ਵੀ ਮਸਾਂ ਲੰਘਦਾ ਹੈ। ਇੰਨੀ ਤੜਪ ਪੈਦਾ ਹੋ ਗਈ। ਕੋਈ ਮੈਨੂੰ ਮਿਲਾ ਦੇਵੇ। ਗੁਰੂ ਅਰਜਨ ਦੇਵ ਜੀ ਸੱਚੇ ਪਾਤਸ਼ਾਹ ਇਹ ਸਾਨੂੰ ਦੱਸਦੇ ਨੇ, ਕਿਉਂਕਿ ਤਾਂ ਮਿਲੇ ਹੋਏ ਨੇ, ਉਹ ਤਾਂ ਸਾਨੂੰ ਇੱਕ ਮਿਲਣ ਦੀ ਜੁਗਤੀ ਦੱਸਦੇ ਨੇ, ਤੜਪ ਪੈਦਾ ਕਰ ਰਹੇ ਨੇ ਸਾਡੇ ਅੰਦਰ। ਫਿਰ ਦੱਸਦੇ ਨੇ ਵੀ ਕਿੰਨੀ ਤੜਪ ਪੈਦਾ ਹੋਈ ਇਸੇ ਸ਼ਬਦ 'ਚ। ਕਹਿੰਦੇ 4 ਪਹਿਰ ਚੋਂ ਜੁਗ ਸਮਾਨੈ। 4 ਪਹਿਰ ਦਿਨ ਉਹਨੂੰ ਬੀਤਣ 'ਚ ਹੀ ਨਹੀਂ ਆਉਂਦਾ। ਕਿੱਡਾ ਵੱਡਾ ਲੱਗਣ ਲੱਗ ਗਿਆ ਦਿਨ, 4 ਜੁਗਾਂ ਜਿੱਡਾ ਦਿਨ ਲੱਗਣ ਲੱਗ ਗਿਆ। 4 ਪਹਿਰ ਚੋਂ ਜੁਗ ਸਮਾਨੈ, ਰਹਿਣ ਭਈ ਅੰਤ ਨਾ ਜਾਣੈ। ਰਾਤ ਆਉਂਦੀ ਆ, ਬੀਤਣ 'ਚ ਹੀ ਨਹੀਂ ਆਉਂਦੀ, ਰਾਤ ਮੁੱਕਦੀ ਨਹੀਂ। ਇਹ ਜੀਵਨ ਦੇ ਵਿੱਚ ਜਿਹੜੀ ਰਾਤ ਪਈ ਹੋਈ ਆ, ਇਹ ਕਿਵੇਂ ਮੁੱਕੇ, ਕਿਵੇਂ ਉਸ ਅੰਦਰ ਪ੍ਰਕਾਸ਼ ਹੋਵੇ, ਇਹ ਤੜਪ ਪੈਦਾ ਹੋ ਗਈ। ਇੱਕ ਇੱਕ ਪਲ ਜਿਹੜਾ ਉਹ ਬੜਾ ਔਖਾ ਲੰਘ ਰਿਹਾ ਹੈ, ਵਿਛੋੜੇ ਦਾ ਪਲ। ਇੰਨੀ ਜਦੋਂ ਪ੍ਰੇਮ, ਇੰਨਾ ਜਦੋਂ ਪਿਆਸ ਹੁੰਦੀ ਹੈ, ਫਿਰ ਉਹ ਆਪ ਕਿਰਪਾ ਕਰਕੇ ਸਾਨੂੰ ਮਿਲਦਾ ਹੈ, ਕਿਉਂਕਿ ਉਹਨੇ ਆਪ ਹੀ ਵਿਛੋੜਿਆ, ਆਪ ਹੀ ਮਿਲਾਉਂਦਾ ਹੈ। ਪਰ ਇਹ ਪਿਆਸ ਕਦੋਂ ਲੱਗਦੀ ਹੈ? ਜਦੋਂ ਸਾਨੂੰ ਗਿਆਨ ਆਊਗਾ। ਨਹੀਂ ਤਾਂ ਸਾਡਾ ਮਨ ਦੇ ਵਿੱਚ ਪਿਆਸ ਤਾਂ ਹੈਗੀ ਆ। ਕੀ ਪਿਆਸ ਹੈ? ਪਦਾਰਥਾਂ ਦੀ, ਸੰਸਾਰ ਦੇ ਪਦਾਰਥ ਜਿਹੜੇ ਨੇ ਉਹਨਾਂ ਦੀ ਪਿਆਸ ਲੱਗੀ ਹੋਈ ਹੈ। ਹੋਰ ਬਹੁਤ ਸਾਰੀਆਂ ਜਿਹੜੀਆਂ ਵਿਕਾਰ ਨੇ ਉਹ ਵੀ ਪਿਆਸ ਹੀ ਹੈ। ਬੜੀ ਪਿਆਸ ਹੈ ਮਨ ਦੇ ਵਿੱਚ। ਪਰ ਜਿਹੜੀ ਇਹ ਪਿਆਸ ਹੈ ਮਿਲਣ ਦੀ, ਇਹ ਨਹੀਂ ਹੈਗੀ, ਵਿਛੋੜੇ ਦੀ ਤਾਂਘ। ਇਸ ਲਈ ਕੋਈ ਆ ਕੇ ਮੈਨੂੰ ਮਿਲਾ ਦੇਵੇ। ਇਸੇ ਤਰ੍ਹਾਂ ਹੀ ਜਿਵੇਂ ਆਪਾਂ ਪ੍ਰੇਮ 'ਚ ਗੁਰੂ ਦੀ, ਸਤਿਗੁਰ ਦੀ ਹਜ਼ੂਰੀ 'ਚ ਬੈਠੇ ਹਾਂ। ਗੁਰੂ ਨਾਨਕ ਦੇਵ ਜੀ ਜਦੋਂ ਇਹ ਗੱਲ ਕਰ ਰਹੇ ਸੀ, ਮਨ ਵਿਰਾਗੀ ਹੋ ਗਏ ਸਾਰੇ ਹੀ। ਸੰਗਤਾਂ ਵਿਰਾਗੀ ਨੇ। ਤੇ ਮਹਾਰਾਜ ਸੱਚੇ ਪਾਤਸ਼ਾਹ ਇਹ ਸ਼ਬਦ ਉਚਾਰਨ ਕਰਦੇ ਨੇ, ਕਹਿੰਦੇ ਤੁਹਾਨੂੰ ਕੋਈ ਪ੍ਰੀਤਮ ਦੀ ਗੱਲ ਸੁਣਾ ਦੇਵੇ ਤੁਸੀਂ ਕੀ ਦਿਓਗੇ? ਤੈਂ ਸਾਹਿਬ ਕੀ ਬਾਤ ਜੇ ਆਖਿਆ, ਕਹੋ ਨਾਨਕ ਕਿਆ ਦੀਜੈ। ਵਿਰਾਗੀ ਸੀ ਮਨ, ਕੀ ਦਿਓਗੇ? ਗੁਰੂ ਨਾਨਕ ਦੇਵ ਜੀ ਜਵਾਬ ਦਿੰਦੇ ਨੇ ਆਪ ਹੀ। ਕਹਿੰਦੇ ਮੈਨੂੰ ਕੋਈ ਮੇਰੇ ਪ੍ਰੀਤਮ ਦੀ ਗੱਲ ਸੁਣਾਵੇ, ਮੈਂ ਉਹਨੂੰ ਕੀ ਦੇਵਾਂ? ਕਹਿੰਦੇ ਸੀਸ ਵੱਢੇ ਕਰ ਬੈਸਣ ਦੀਜੈ। ਕਹਿੰਦੇ ਮੇਰੇ ਮਾਲਕ ਦੀ ਕੋਈ ਗੱਲ ਸੁਣਾਵੇ, ਮੈਂ ਉਹਨੂੰ ਸੀਸ ਵੱਢ ਕੇ ਬੈਠਣ ਲਈ ਮੂਹਰੇ ਦੀ ਤਰ੍ਹਾਂ, ਜਿਵੇਂ ਆਪਾਂ ਕਿਸੇ ਨੂੰ ਬੈਠਣ ਲਈ ਕੁਰਸੀ ਦਿੰਦੇ ਹਾਂ ਜਾਂ ਕੋਈ, ਕਹਿੰਦੇ ਸੀਸ ਵੱਢੇ ਕਰ ਬੈਸਣ ਦੀਜੈ, ਬਿਨ ਸਿਰ ਸੇਵ ਕਰੀਜੈ। ਮੈਨੂੰ ਮੇਰੇ ਮਾਲਕ ਦੀ ਕੋਈ ਗੱਲ ਸੁਣਾਵੇ, ਮੈਂ ਉਹਨੂੰ ਆਪਣਾ ਸੀਸ ਵੱਢ ਕੇ ਭੇਟ ਕਰ ਦੂੰਗਾ ਬੈਠਣ ਦੇ ਲਈ, ਤੇ ਮੈਂ ਬਿਨਾਂ ਸਿਰ ਤੋਂ ਉਹਦੀ ਫਿਰ ਸੇਵਾ ਕਰਾਂ। ਇਹ ਆ ਪ੍ਰੇਮ ਦੀਆਂ ਗੱਲਾਂ। ਇੰਨਾ ਪ੍ਰੇਮ ਕਿਤੇ ਗੁਰੂ ਪ੍ਰਤੀ ਪੈਦਾ ਹੋਵੇ, ਇੰਨਾ ਪ੍ਰੇਮ ਸਾਨੂੰ ਗੁਰੂ ਦੀ ਗੱਲ ਸੁਣਾਉਣ ਵਾਲਿਆਂ ਪ੍ਰਤੀ ਪੈਦਾ ਹੋਵੇ। ਇਸ ਤਾਂ ਉਹਨਾਂ ਤੇ ਕਟਾਕਸ਼ ਕਰੀ ਜਾਂਦੇ ਹਾਂ, ਕਿਉਂਕਿ ਅਸੀਂ ਕਹਿੰਦੇ ਹਾਂ ਕਥਾਵਾਚਕ ਮੇਰੇ ਅਨੁਸਾਰ ਕਥਾ ਕਰੇ। ਕੋਈ ਗੁਰੂ ਵਾਲਾ ਗੱਲ ਅਸੀਂ ਸੁਣ ਕੇ ਕੋਈ ਰਾਜੀ ਨਹੀਂ, ਕਿਉਂਕਿ ਗੁਰੂ ਨੇ ਸੱਚ ਬੋਲਣਾ ਹੈ, ਤੇ ਸੱਚ ਅਸੀਂ ਸੁਣ ਕੇ ਅੱਜ ਰਾਜੀ ਹੋਏ ਨਹੀਂਗੇ, ਕਿਉਂਕਿ ਸੱਚ ਬੜਾ ਕੌੜਾ ਹੈ। ਮਹਾਰਾਜ ਕਹਿੰਦੇ ਵੀ ਇਹ ਪ੍ਰੇਮ ਪੈਦਾ ਹੋ ਗਿਆ। ਕੋਈ ਮੈਨੂੰ ਪ੍ਰੀਤਮ ਨੂੰ ਮਿਲਾ ਦੇਵੇ, ਕੋਈ ਆਣ ਮਿਲਾਵੇ ਮਾਏ। ਸੰਤ ਸਹਾਈ ਪ੍ਰੇਮ ਕੇ ਹੋਂ ਤਿਨ ਕੇ ਲਾਗਾਂ ਪਾਏ। ਬਿਨ ਪ੍ਰਭ ਕਿਉਂ ਸੁਖ ਪਾਈਐ, ਦੂਜੀ ਨਾਹੀ ਜਾਏ। ਪਤਾ ਲੱਗਿਆ ਸਤ ਸੰਗਤ ਦੇ ਵਿੱਚ ਆ ਕੇ ਜਿਹੜੀਆਂ ਜੀਵ ਰੂਪ ਇਸਤਰੀਆਂ ਪ੍ਰਤੀ ਪਰਮੇਸ਼ਰ ਨੂੰ ਮਿਲੀਆਂ ਸੀ, ਤੁਸੀਂ ਕਿਵੇਂ ਮਿਲੀਆਂ? ਉਹ ਕਹਿੰਦੀਆਂ ਅਸੀਂ ਸਾਧੂਆਂ ਦਾ, ਸੰਤਾਂ ਦਾ ਸੰਗ ਕੀਤਾ, ਕਿਉਂਕਿ ਸਾਧੂ ਸੰਤ ਭਗਤ ਗੁਰਬਾਣੀ 'ਚ ਉਹਨਾਂ ਨੂੰ ਕਿਹਾ ਗਿਆ ਜਿਹੜੇ ਪ੍ਰਭੂ ਨੂੰ ਮਿਲੇ ਹੋਏ ਨੇ। ਆ ਜਿਹੜਾ ਬਾਹਰੀ ਭੇਖ ਕਰਕੇ ਸੰਤ ਬਣ ਜਾਣਾ, ਇਹ ਕੋਈ ਸੰਤ ਨਹੀਂ ਹੁੰਦੇ। ਸੰਤ ਦੀ ਨਿਸ਼ਾਨੀ ਆ, ਸੁਣ ਲਓ। ਸੰਤ ਜਿਹੜਾ ਹੈ ਉਹ ਰੱਬ ਦੀ ਉਹ ਗੱਲ ਕਰੂਗਾ। ਜਿਹੜਾ ਸੰਤ ਆ ਉਹ ਪਰਮੇਸ਼ਰ ਦੀ ਗੱਲ ਕਰੂਗਾ, ਦੂਜੀ ਗੱਲ ਹੀ ਨਹੀਂ ਕਰਦਾ। ਆ ਜਿਹੜੀਆਂ ਬਾਹਰੀ ਜਿਹੜੀਆਂ ਚੀਜ਼ਾਂ ਨਾ, ਬਾਹਰੀ ਗੱਲਾਂ ਕਰੀ ਜਾਂਦੇ ਨੇ, ਆਹ ਹੋ ਗਿਆ ਮੈਂ ਫਲਾਣੇ ਸੰਤ ਕੋਲੇ ਗਿਆ, ਉਹਨੇ ਮੈਨੂੰ ਵਰ ਦੇਤਾ, ਆਹ ਦੇਤਾ, ਕੰਮ ਹੋ ਗਿਆ ਮੇਰਾ, ਜੇ ਆ ਵੋ ਆ, ਇਹ ਸਭ ਪਖੰਡ ਹੈ। ਸੰਤ ਸਹਾਈ ਪ੍ਰੇਮ ਕੇ। ਸੰਤ ਜਿਹੜੇ ਨੇ ਉਹ ਸਹਾਈ ਹੁੰਦੇ ਨੇ, ਕੀ ਪ੍ਰੇਮ ਪੈਦਾ ਕਰਦੇ ਨੇ, ਉਹ ਵਿਰਾਗ ਪੈਦਾ ਕਰਦੇ ਨੇ। ਤੇ ਗੁਰੂ ਅਮਰਦਾਸ ਜੀ ਸੱਚੇ ਪਾਤਸ਼ਾਹ ਸੰਤਾਂ ਦੀ ਕੀ ਡਿਊਟੀ ਲਾਉਂਦੇ ਨੇ, ਜਿਨ੍ਹਾਂ ਨੂੰ ਉਹਨਾਂ ਨੇ ਪ੍ਰਚਾਰਕ ਥਾਪਿਆ ਸੀ? ਉਹ ਕਹਿੰਦੇ ਤੁਸੀਂ ਸੰਸਾਰ 'ਚ ਜਾਣਾ ਹੈ,
ਜੀਵਾਂ ਨੂੰ ਅਕਥ ਦੀ ਕਹਾਣੀ ਸੁਣਾਉਣੀ ਹੈ, ਪ੍ਰੇਮ ਦੀ ਕਹਾਣੀ ਸੁਣਾਉਣੀ ਹੈ। ਆਵੋ ਸੰਤ ਪਿਆਰਿਓ ਅਕਥ ਕੀ ਕਰੇ ਕਹਾਣੀ, ਕਰੇ ਕਹਾਣੀ ਅਕਥ ਕੇਰੀ ਕਿਤ ਦੁਆਰੇ ਪਾਈ ਹੈ। ਕਿਵੇਂ ਰੱਬ ਨੂੰ ਪਾਉਣਾ ਹੈ, ਬਸ ਤੁਸੀਂ ਉਹਨਾਂ ਅੰਦਰ ਇੱਕ ਤੜਪ ਪੈਦਾ ਕਰ ਦਿਓ। ਕਿਤ ਕਿਹੜੇ ਦਰ ਤੇ ਜਾ ਕੇ ਪਾਇਆ ਜਾ ਸਕਦਾ ਹੈ, ਤੁਸੀਂ ਉਹਨਾਂ ਨੂੰ ਦਰ ਦਾ ਭੇਦ ਦੇਣਾ ਹੈ। ਤੇ ਗੁਰੂ ਅਮਰਦਾਸ ਜੀ ਗੁਰੂ ਸਤਿਗੁਰ ਸਰੂਪ ਸੀ। ਜਦੋਂ ਜਗਿਆਸੂਆਂ ਅੰਦਰ ਤੜਪ ਪੈਦਾ ਹੁੰਦੀ ਪ੍ਰਚਾਰ ਸੁਣ ਕੇ, ਤੇ ਫਿਰ ਉਹ ਕਹਿੰਦੇ ਜੀ ਅਸੀਂ ਕਿਵੇਂ ਮਿਲਾਂਗੇ। ਫਿਰ ਉਹਨਾਂ ਨੂੰ ਕਹਿਣਾ ਵੀ ਗੁਰੂ ਅਮਰਦਾਸ ਜੀ ਕੋਲੇ ਜਾਓ, ਸਤਿਗੁਰ ਨੇ ਉਹ ਤੁਹਾਨੂੰ ਮਿਲਾਪ ਦਾ ਰਸਤਾ ਦੱਸਣਗੇ। ਕਿਵੇਂ ਮਿਲਣਾ ਹੈ, ਗੁਰੂ ਮਿਲਾ ਵੀ ਦਿੰਦਾ ਹੈ। ਗੁਰੂ ਤਰੁੱਠ ਜੇ ਪ੍ਰਤੱਖ ਰੂਪ ਚ ਮਿਲਾ ਦਿੰਦਾ ਹੈ, ਕਿਉਂਕਿ ਗੁਰੂ ਹੀ ਪਰਮੇਸ਼ਰ ਨੂੰ ਮਿਲਾਉਂਦਾ ਹੈ। ਇਸ ਲਈ ਸੰਤ ਸਹਾਈ ਪ੍ਰੇਮ ਕੇ, ਸੰਤਾਂ ਨੇ ਇਸ ਮਨ ਦੀ ਸਹਾਇਤਾ ਕਰਨੀ ਹੁੰਦੀ ਹੈ। ਜਿਵੇਂ ਆਪਾਂ ਇੱਕ ਦੂਜੇ ਦੀ ਸਹਾਇਤਾ ਨਹੀਂ ਕਰਦੇ ਸੰਸਾਰ ਦੇ ਵਿੱਚ, ਇਵੇਂ ਸੰਤ ਇਸ ਮਨ ਦੀ ਸਹਾਇਤਾ ਕਰਦੇ ਨੇ। ਪ੍ਰੇਮ ਦੀ ਕਿਵੇਂ ਅੰਦਰ ਪੈਦਾ ਹੋਵੇ, ਕਿਵੇਂ ਮਿਲਣਾ ਹੈ, ਉਹ ਵਿਧੀਆਂ ਜੁਗਤੀਆਂ ਦੱਸਦੇ ਨੇ। ਮਹਾਰਾਜ ਕਹਿੰਦੇ ਹਾਂ ਤਿਨਕੇ ਲਾਗਾਂ ਪਾਏ, ਅਸੀਂ ਉਹਨਾਂ ਦੇ ਨਾਲ ਜੁੜਦੇ ਹਾਂ। ਫਿਰ ਪਾਏ ਲੱਗਣਾ ਹੁੰਦਾ ਹੈ, ਉਹਨਾਂ ਦੀ ਸੰਗਤ ਕਰਨਾ। ਉਹਨਾਂ ਦੀ ਸੰਗਤ ਕਰਦੇ ਹਾਂ, ਫਿਰ ਅੰਦਰ ਪ੍ਰੇਮ ਪੈਦਾ ਹੁੰਦਾ। ਕਹਿੰਦੇ ਮੈਂ ਉਹਨਾਂ ਦੀ ਸੰਗਤ ਕਰਦਾ ਜਿਹੜੇ ਪ੍ਰੇਮ ਪੈਦਾ ਕਰਦੇ ਨੇ ਪਰਮੇਸ਼ਰ ਪ੍ਰਤੀ। ਬਿਨ ਪ੍ਰਭ ਕਿਉਂ ਸੁਖ ਪਾਈਐ ਦੂਜੀ ਨਾਹੀ ਜਾਏ। ਕਹਿੰਦੇ ਹੁਣ ਸਾਧੂਆਂ ਨੂੰ ਮਿਲ ਕੇ ਪਤਾ ਲੱਗਿਆ, ਗੁਰੂ ਨੂੰ ਮਿਲ ਕੇ ਪਤਾ ਲੱਗਿਆ ਪ੍ਰਭੂ ਤੋਂ ਬਿਨਾਂ ਸੁੱਖ ਹੀ ਨਹੀਂ ਮਿਲ ਸਕਦਾ। ਬਿਨ ਪ੍ਰਭ ਕਿਉਂ ਸੁਖ ਪਾਈਐ। ਆਪਾਂ ਦੁਨੀਆ ਦੇ ਵਿੱਚ ਦੇਖਦੇ ਹੀ ਹਾਂ, ਆਪਾਂ ਸਾਰੇ ਆਪਣੇ ਅੰਦਰ ਝਾਤੀ ਮਾਰੋ, ਕਿੰਨੇ ਯਤਨ ਕਰਦੇ ਹਾਂ ਵੀ ਆਪਾਂ ਨੂੰ ਸੁੱਖ ਹੀ ਮਿਲੇ, ਦੁੱਖ ਆਵੇ ਹੀ ਨਾ। ਪਰ ਸੁੱਖ ਸਦਾ ਨਹੀਂ ਰਹਿੰਦਾ, ਦੁੱਖ ਨੇ ਆਉਣਾ ਹੀ ਆਉਣਾ। ਹੁਣ ਦੁੱਖ ਤੇ ਸੁੱਖ ਜਿਹੜਾ ਹੈ ਇਹਨੂੰ ਸਮ ਕਰਕੇ ਜਾਣਨਾ, ਇਹ ਗੁਰੂ ਦੀ ਕਿਰਪਾ ਨਾਲ ਹੀ ਹੋ ਸਕਦਾ। ਇਸ ਲਈ ਮਹਾਰਾਜ ਕਹਿੰਦੇ ਨੇ ਬਿਨਾਂ ਪ੍ਰਭੂ ਤੋਂ ਸੁੱਖ ਨਹੀਂ ਮਿਲਣਾ। ਆਹ ਜਿਹੜਾ ਸੰਸਾਰੀ ਸੁੱਖ ਹੈ ਤਾਂ ਸਦੀਵੀ ਨਹੀਂ ਹੈ। ਜਿਹੜਾ ਸਦੀਵੀ ਸੁੱਖ ਹੈ ਉਹ ਪਰਮੇਸ਼ਰ ਨਾਲ ਮਿਲ ਕੇ ਹੀ ਹੈ। ਪ੍ਰਭੂ ਤੋਂ ਬਿਨਾਂ ਸੁੱਖ ਨਹੀਂ ਕੋਈ ਦੇ ਸਕਦਾ। ਅਸੀਂ ਬੜੇ ਯਤਨ ਕਰਦੇ ਹਾਂ। ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਸਮਝਾ ਰਹੇ ਨੇ, ਯਤਨ ਬਹੁਤ ਸੁੱਖ ਕੇ ਕੀਏ ਦੁੱਖ ਕੋ ਕੀਓ ਨਾ ਕੋਏ। ਸੁੱਖ ਦੇ ਯਤਨ ਬਹੁਤ ਕਰਦੇ ਆ, ਪਰ ਜਿਹੜਾ ਦੁੱਖ ਹੈ ਉਹਦਾ ਕੋਈ ਯਤਨ ਹੀ ਨਹੀਂ। ਹੁਣ ਦੁੱਖ ਲਈ ਕਿਹੜਾ ਦੁੱਖ ਹੈ, ਵਿਛੋੜੇ ਦਾ ਦੁੱਖ। ਉਸ ਪ੍ਰਭੂ ਦੇ ਵਿਛੋੜੇ ਦਾ ਜਿਹੜਾ ਦੁੱਖ ਹੈ ਇਹਦਾ ਕੋਈ ਯਤਨ ਹੀ ਨਹੀਂ ਕਰਦਾ। ਗੁਰਦੁਆਰੇ ਆ ਕੇ ਵੀ ਇਹ ਯਤਨ ਨਹੀਂ ਕਰਦਾ ਬਈ ਇਹ ਜਿਹੜਾ ਵਿਛੋੜੇ ਦਾ ਦੁੱਖ ਹੈ, ਦੁੱਖ ਵਿਛੋੜਾ, ਇੱਕ ਦੁੱਖ ਭੂਖ, ਇੱਕ ਦੁੱਖ ਸਖਤ ਵਾਰ ਜਮਦੂਤ, ਇਹ ਜਿਹੜਾ ਦੁੱਖ ਹੈ ਇਹਦਾ ਕੋਈ ਯਤਨ ਨਹੀਂ ਕਰਦਾ। ਕਿਵੇਂ ਵਿਛੋੜਾ ਪਿਆ ਹੋਇਆ। ਹੁਣ ਮਹਾਰਾਜ ਕਹਿੰਦੇ ਨੇ ਬਿਨਾਂ ਪਰਮੇਸ਼ਰ ਤੋਂ ਸੁੱਖ ਨਹੀਂ ਮਿਲਣਾ, ਪਰਮੇਸ਼ਰ ਦੇ ਨਾਮ ਤੋਂ ਬਿਨਾਂ ਸੁੱਖ ਨਹੀਂ ਮਿਲਣਾ, ਸੁੱਖ ਨਾ ਨਾਮ ਬਿਨ। ਇਸ ਕਰਕੇ ਪ੍ਰਭੂ ਦੀ ਗੁਰੂ ਦੀ ਸ਼ਰਨ ਚ ਆਉਣ ਦੇ ਨਾਲ ਸੁੱਖ ਹੀ ਸੁੱਖ ਹੈ। ਹੁਣ ਆਪਾਂ ਬੈਠੇ ਹਾਂ, ਕੋਈ ਦੁੱਖ ਆ ਰਿਹਾ, ਕਿਉਂਕਿ ਮਨ ਵਿਚਾਰਾਂ ਤੋਂ ਰਹਿਤ ਹੈ। ਮਨ ਗੁਰੂ ਦੇ ਸ਼ਬਦ ਨਾਲ ਜੁੜਿਆ ਹੋਇਆ ਹੈ। ਜੇ ਸਦਾ ਹੀ ਜੁੜਿਆ ਰਹੇ ਤੇ ਸਦਾ ਹੀ ਸੁੱਖ ਬਣਿਆ ਰਹਿੰਦਾ। ਫਿਰ ਅੰਦਰ ਵੀ ਸੁੱਖ ਤੇ ਬਾਹਰ ਵੀ ਸੁੱਖ। ਘਰ ਸੁੱਖ ਬਸਿਆ ਬਾਹਰ ਸੁੱਖ ਪਾਇਆ, ਕਹੋ ਨਾਨਕ ਗੁਰਮੰਤਰ ਦ੍ਰਿੜਾਇਆ। ਜਦੋਂ ਅਸੀਂ ਤੁਰਦੇ ਫਿਰਦੇ ਫਿਰ ਗੁਰਮੰਤਰ ਦ੍ਰਿੜ ਕਰਦੇ ਹਾਂ, ਨਾਲ ਦੀ ਨਾਲ ਚੱਲਦਿਆਂ ਫਿਰਦਿਆਂ ਗੁਰਮੰਤਰ ਦ੍ਰਿੜ ਕਰਦੇ ਹਾਂ, ਗੁਰਮੰਤਰ ਹਿਰਦੇ 'ਚ ਵਸ ਜਾਂਦਾ। ਫਿਰ ਇਸ ਘਰ ਦੇ ਵਿੱਚ ਵੀ ਸੁੱਖ, ਬਾਹਰ ਵੀ ਸੁੱਖ। ਹੁਣ ਮਹਾਰਾਜ ਕਹਿੰਦੇ ਪ੍ਰਭੂ ਤੋਂ ਬਿਨਾਂ ਸੁੱਖ ਨਹੀਂ। ਹੁਣ ਮੈਂ ਦੂਜੇ ਥਾਂ ਤੇ ਫਿਰ ਕਿਉਂ ਜਾਵਾਂ, ਦੂਜੀ ਨਾ ਹੀ ਜਾਏ। ਇਹ ਫਿਰ ਜਦੋਂ ਗਿਆਨ ਹੋ ਗਿਆ ਸੰਗਤ 'ਚ ਆ ਕੇ, ਫਿਰ ਉਹ ਕੇਵਲ ਇੱਕ ਜਗ੍ਹਾ ਤੇ ਹੀ ਜਾਂਦਾ ਹੈ, ਗੁਰੂ ਕੋਲੇ। ਉਹ ਕੇਵਲ ਪਰਮੇਸ਼ਰ ਤੇ ਗੁਰੂ ਦੀ ਹੀ ਪੂਜਾ ਕਰਦਾ, ਕਿਸੇ ਦੂਜੇ ਤੀਜੇ ਦੀ ਪੂਜਾ ਨਹੀਂ ਕਰਦਾ। ਦੂਜੀ ਨਾ ਹੀ ਜਾਏ। ਅਸੀਂ ਤਾਂ ਗੁਰਦੁਆਰੇ ਵੀ ਆਉਂਦੇ ਹਾਂ ਤੇ ਪਤਾ ਨਹੀਂ ਕਿੱਥੇ ਕਿੱਥੇ ਹੋਰ ਫਿਰਦੇ ਹਾਂ, ਆਪਣੇ ਅੰਦਰ ਝਾਤੀ ਮਾਰੋ, ਆਪਾਂ ਤਾਂ ਨਹੀਂ ਕਿਤੇ ਹੋਰ ਦੂਜੇ ਥਾਂ ਤੇ ਟੇਕਦੇ। ਦੂਜੇ ਨੂੰ ਸਿਰ ਨਿਵਾਉਣਾ ਹੀ ਮਹਾਰਾਜ ਕਹਿੰਦੇ ਫਿਰ ਤਾਂ ਤੂੰ ਅਜੇ ਗਿਆਨ ਹੀ ਨਹੀਂ ਆਇਆ। ਜਿਹੜਾ ਪ੍ਰਭੂ ਨੂੰ ਸਿਰ ਨਿਵਾਉਂਦਾ ਹੈ, ਗੁਰੂ ਨੂੰ ਸਿਰ ਨਿਵਾਉਂਦਾ ਹੈ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਉਹ ਜਿਹੜਾ ਸੋਭਨੀਕ ਹੈ ਸਿਰ। ਇਸ ਕਰਕੇ ਮਹਾਰਾਜ ਕਹਿੰਦੇ ਦੂਜੀ ਨਾ ਹੀ ਜਾਏ। ਦੂਜੇ ਕੋਲ ਜਾਣ ਦੀ ਲੋੜ ਨਹੀਂ। ਘੁੰਮਣੀਆਂ ਮਸਾਣੀਆਂ ਹੋਰ ਥਾਂ ਥਾਂ ਤੇ ਤੁਰੇ ਫਿਰਦੇ ਆ ਜੀਵ,
ਕੋਈ ਲੋੜ नहीं दूजे थां ते जाण दी, क्योंकि प्रभु तो बिना कोई दूजा है ही नहीं सुख देण वाला, ते सब कुछ देण वाला भी प्रभु ही आ। असी देणहार प्रभ छोड़ के लागे आन सवाए, नानक कहू नसी जी बिन नावे पत जाए। इसलिए बेनती भी प्रभु अगे करते हैं, इदू बिना कोई सुख नहीं दूजे थां ते फिर गुरमुख जाते भी नहीं, क्योंकि साधु संतां ने गुरु ने उन्होंने यह भेद दे दिता, जिन्नी चाख्या प्रेम रस से तृप्त रहे अगाए, आप त्याग बिनती करे लिहो प्रभु लड़ लाए। महाराज कहते जिन्नी चाख्या प्रेम रस, जदों प्रेम पैदा होया, उस परमेश्वर के चरणों का ध्यान धरिया, उहदे विचों रस मिलिया, उहनूं चरनामत कहते हैं। चरण धोए रह रास कर चरनामत सिखां पिलाया। ये इत्थे महाराज कहते जिन्नी चाख्या प्रेम रस, चखना, चखदी है जीभ। आ जिहड़ी साडी रसना है, ये रस ते जिहड़ा भी इत्ते रस आउंदा ये दसदी है, खट्टा मिठा अलग अलग जिन्ने स्वाद, ये रसना दसदी है। हुण ये रसना दे उत्ते रस आऊगा। ये रस कदों आउंदा है? जदों असीं आ संसार दे रसां तो निराश हो जांगे, उदों आऊगा। हजे तां साडे जिहड़ा मन दे रस ही नहीं खत्म होए। इत्ते रस शरीर के कै घट ब्रह्म निवास। आ रसां दे विच पई हुई है साडी रसना। रारा रस निरस कर जाने, होए निराश सो रस पहचाने। रारे अखर राही कबीर साहब समझाउंदे ने, कहंदे जिन्ने आ संसार दे रस ही फिक्के लगन लग गए। ये सच है बिल्कुल, जो प्रेम पैंदा उदों पता लगूगा। हजे तो रस साडे मन दे बहुत ने, हजे तो सानू स्वाद ही, क्योंकि आपां देखिया होना कई बार ना जदों आपां संगत करदे हां फिर ज्ञान आउंदा। कई बार कई गुरमुख आपां नूं प्रेम दे विच गुरु वाले समझ के घरां दे विच लिजांदे ने, प्रशादा पानी छकाउंदे ने। क्योंकि मैं काफ़ी देर तो प्रचार करदा हां, बाहर अंदर भी जांदा रहा, बड़े प्रेम नाल घरां च लोकी लै जांदे ने ते बड़े प्रेम नाल छकाउंदे भी आ। ते कई बार मैं ऐसे भी देखे, मन हैरान हो गया भी इन्हां नूं तां अजे गुरु दे ज्ञान ही नहीं गा, ते रसां च ही पए ने। ਉਹ ਕੀ ਕਰਦੇ ਨੇ, ਘਰਾਂ 'ਚ ਜਾਂਦੇ ਨੇ, ਅਗਲਾ ਸਾਰਾ ਜਿੰਨਾ ਕੁਛ ਹੁੰਦਾ ਘਰ ਦੇ ਵਿੱਚ, ਦੇਖੋ ਕਿੰਨੀ ਜੀਵ ਕੋਸ਼ਿਸ਼ ਕਰਦਾ, ਸਾਰਾ ਕੁਛ ਲਿਆ ਕੇ ਰੱਖ ਦਿੰਦਾ। ਤੇ ਇੱਕ ਥਾਂ ਤੇ ਗਏ ਤੇ ਕੋਈ ਹੋਰ ਸੀਗੇ ਨਾਲ, ਬਾਹਰਲੇ ਦੇਸ਼ ਦੀ ਗੱਲ ਹੈ, ਉਹਨਾਂ ਨੇ ਕਿਹਾ ਸਾਰਾ ਕੁਛ ਰੱਖਤਾ, ਉਹਨਾਂ ਦੀ ਜੀਭ ਨੂੰ ਅਜੇ ਸਵਾਦ ਨਹੀਂ, ਰੱਜੀ ਨਹੀਂ। ਉਹ ਕਹਿੰਦੇ ਜੀ ਅਚਾਰ ਹੈਗਾ। ਹੁਣ ਉਹਨਾਂ ਗੁਰਮੁਖਾਂ ਦੇ ਘਰੇ ਹੈ ਨਹੀਂ ਸੀਗਾ, ਉਹਨਾਂ ਨੂੰ ਭਾਜੜ ਪੈ ਗਈ ਵਿਚਾਰਿਆਂ ਨੂੰ। ਇੰਨਾ ਕੁ ਗਿਆਨ ਆ ਸਾਨੂੰ ਤਾਂ, ਬਸ ਕਿਸੇ ਦੇ ਘਰੇ ਗਏ ਹੋ, ਜੋ ਮੂਹਰੇ ਰੱਖਤਾ, ਅਰਦਾਸ ਕਰੋ, ਸ਼ੁਕਰਾਨਾ ਕਰੋ। ਉਹਨਾਂ ਵੱਲ ਦੇਖੋ ਜਿਹੜੇ ਭੁੱਖੇ ਪੇਟ ਸੌਂਦੇ ਨੇ, ਤੁਹਾਨੂੰ ਕਿੰਨੇ ਪਦਾਰਥ ਪਏ ਨੇ, ਫਿਰ ਅਜੇ ਅਚਾਰ ਭਾਲੀ ਜਾਂਦੀ ਹੈ ਜੀਭ। ਇਹ ਰਸ ਹੈ, ਇਹ ਨਿਰਾਸ਼ ਹੋ ਗਈ ਇੱਧਰੋਂ। ਇਹ ਰਸ ਸਾਰੇ ਸੰਸਾਰ ਦੇ ਫਿੱਕੇ ਪੈ ਗਏ। ਜੋ ਮਾਲਕ ਮੂਹਰੇ ਰੱਖ ਦਿੰਦਾ, ਸ਼ੁਕਰਾਨਾ ਕਰਕੇ ਛਕ ਲੈਂਦਾ। ਉਹ ਨਹੀਂ ਕਹਿੰਦਾ ਵੀ ਇਹ ਚਾਹ ਘੱਟ ਆਇਆ ਵੱਧ ਆ, ਘਾਟ ਵੱਧ ਉਹਨੂੰ ਦੀਂਦੀ ਹੋਈ ਨਹੀਂ। ਜਿੱਥੇ ਜਾ ਕੇ ਇਹ ਅਵਸਥਾ ਬਣੂਗੀ ਆਪਣੀ, ਅਸੀਂ ਤਾਂ ਥਾਲੀ ਚਲਾ ਕੇ ਮਾਰਦੇ ਹਾਂ, ਘਰਾਂ ਦੇ ਵਿੱਚ ਦੇਖਿਆ ਹੀ ਹੋਣਾ ਸਾਰਾ ਹਾਲਤ ਕੀ ਅੱਜ। ਇਸ ਲਈ ਮਹਾਰਾਜ ਕਹਿੰਦੇ ਨੇ ਜਿਨ੍ਹਾਂ ਨੇ ਇਹ ਰਸ ਨਿਰਾਸ਼ ਹੋ ਗਏ, ਹੋਏ ਨਿਰਾਸ਼ ਸੋ ਰਸ ਪਹਿਚਾਨਿਆ। ਇਹ ਰਸ ਛਾਡਾ ਹੈ, ਉਹ ਰਸ ਆਵਾ, ਉਹ ਰਸ ਪੀਆ, ਇਹ ਰਸ ਨਹੀਂ ਭਾਵਾ। ਇਹ ਫਿਰ ਦੂਜੇ ਰਸ ਭਾਉਂਦੇ ਹੀ ਨਹੀਂ ਉਹਨੂੰ। ਜਿਹਦੀ ਜੀਭ ਦੇ ਉੱਤੇ ਰਸਨਾ ਦੇ ਉੱਤੇ ਹਰ ਰਸ ਆ ਗਿਆ, ਜਿੰਨੀ ਚਾਖਿਆ ਪ੍ਰੇਮ ਰਸ। ਇਹ ਪ੍ਰੇਮ ਦੇ ਵਿੱਚ ਜਦੋਂ ਸਿਮਰਨ ਕਰਾਂਗੇ ਨਾ, ਇਹ ਰਸਨਾ ਦੇ ਉੱਤੇ ਰਸ ਆਊਗਾ। ਇਸ ਨੂੰ ਹਰ ਰਸ ਕਿਹਾ ਗੁਰਬਾਣੀ ਜਦੋਂ ਪੜ੍ਹੋਗੇ। ਹਰੀ ਦਿੰਦਾ, ਕੋਈ ਦੂਜਾ ਨਹੀਂ ਦੇ ਸਕਦਾ। ਇਸ ਨੂੰ ਨਾਮ ਰਸ ਕਿਹਾ, ਸ਼ਬਦ ਦੇ ਵਿੱਚੋਂ ਪ੍ਰਗਟ ਹੁੰਦਾ ਇਹ, ਇਸ ਕਰਕੇ ਸ਼ਬਦ ਰਸ ਨਾਮ ਰਸ ਕਿਹਾ। ਇਹ ਮਿੱਠਾ ਹੁੰਦਾ, ਇਹਦੇ ਵਰਗਾ ਦੁਨੀਆ 'ਚ ਕੋਈ ਸਵਾਦ ਦੂਜਾ ਹੈ ਹੀ ਨਹੀਂ। ਇਹ ਰਸਨਾ ਦੱਸੂਗੀ ਜਦੋਂ ਆਇਆ ਕਿਤੇ। ਇਸ ਕਰਕੇ ਇਹਨੂੰ ਅੰਮ੍ਰਿਤ ਰਸ ਕਿਹਾ। ਇਹ ਅੰਮ੍ਰਿਤ ਰਸ ਜਿਸ ਜਨ ਨੂੰ ਮਿਲ ਜਾਂਦਾ, ਉਹਦੇ ਰਸ, ਉਹਦੀ
ਤ੍ਰਿਸ਼ਨਾ ਜਿਹੜੀ ਉਹ ਖਤਮ ਹੋ ਜਾਂਦੀ ਹੈ। ਜਿੰਨੀ ਚ ਆਖਿਆ ਪ੍ਰੇਮ ਰਸ ਸੇ ਤ੍ਰਿਪਤ ਰਹੇ ਅਗਾਏ, ਉਹ ਤ੍ਰਿਪਤ ਹੋ ਗਏ, ਰੱਜ ਗਏ। ਐਦੂ ਬਿਨਾਂ ਨਾ ਕੋਈ ਰੱਜੂਗਾ ਤੇ ਕੋਈ ਰੱਜਿਆ ਹੋਇਆ ਤਾਂ ਮੈਨੂੰ ਦਿਖਾ ਵੀ ਦਿਓ। ਗੁਰਬਾਣੀ ਜੋ ਕਹਿ ਰਹੀ ਹੈ ਸੱਚ ਹੈ। ਐਦੂ ਬਿਨਾਂ ਸਾਡਾ ਮਨ ਨਹੀਂ ਰੱਜਦਾ। ਉਹ ਤ੍ਰਿਪਤ ਹੋ ਗਏ, ਉਹਨਾਂ ਨੂੰ ਪਦਾਰਥਾਂ ਦੀ ਭੁੱਖ ਖਤਮ ਹੋ ਗਈ, ਉਹ ਰੱਜ ਗਏ। ਅਗਾਏ ਹੁੰਦਾ ਰੱਜ ਜਾਣਾ। ਇਹ ਰਸਨਾ ਤੇ ਜਿਵੇਂ ਆਪਾਂ ਬਾਰ-ਬਾਰ ਜਪਾਂਗੇ ਨਾ, ਸੁਖਮਨੀ ਸਾਹਿਬ 'ਚ ਵੀ ਦੱਸਿਆ ਹੋਇਆ। ਮਹਾਰਾਜ ਕਹਿੰਦੇ ਬਾਰੰਬਾਰ ਬਾਰ ਪ੍ਰਭ ਜਪੀਐ, ਪੀ ਅੰਮ੍ਰਿਤੇ ਮਨ ਤਨ ਧਰਪੀਐ। ਰੱਜ ਜਾਣਾ, ਅਗਾਏ। ਇਸ ਕਰਕੇ ਉਹ ਰੱਜ ਗਏ ਨੇ, ਤ੍ਰਿਪਤ ਹੋ ਗਏ ਨੇ। ਜਿਨ੍ਹਾਂ ਨੂੰ ਰਸਨਾ ਨੂੰ ਇਹ ਰਸ ਮਿਲ ਗਿਆ, ਇਹ ਜਪਣ ਨਾਲ ਮਿਲਦਾ ਹੈ। ਜਦੋਂ ਇਹ ਰਸਨਾ ਬਾਰ-ਬਾਰ ਜਪੂਗੀ, ਉਹ ਮਾਲਕ ਦੇ ਗੁਣ ਗਾਊਗੀ, ਉਦੋਂ ਇਹ ਤੇ ਰਸ ਆਉਂਦਾ। ਜਿੰਨੀ ਚ ਆਖਿਆ ਪ੍ਰੇਮ ਰਸ ਤ੍ਰਿਪਤ ਰਹੇ ਅਗਾਏ, ਫਿਰ ਉਹ ਤ੍ਰਿਪਤ ਹੋ ਗਏ ਨੇ। ਫਿਰ ਉਹ ਬੇਨਤੀਆਂ ਕਰਨ ਲੱਗ ਗਏ। ਆਪਾ ਖਤਮ ਹੋ ਗਿਆ, ਆਪਾ ਭਾਵ। ਆਪ ਤਿਆਗ ਬਿਨਤੀ ਕਰੈ, ਲਿਹੋ ਪ੍ਰਭੂ ਲੜ ਲਾਏ। ਹੇ ਵਾਹਿਗੁਰੂ ਮੇਰੀ ਬੇਨਤੀ ਹੈ। ਉਹ ਬੇਨਤੀ ਸੁਣਦਾ ਹੈ ਜੇ ਕਿਤੇ ਹਿਰਦੇ ਚੋਂ ਹੁੰਦੀ ਹੋਵੇ। ਉੱਤੋਂ ਤੋਂ ਤਾਂ ਸਾਰੇ ਹੀ ਕਰਦੇ ਆ। ਹਿਰਦੇ ਤੋਂ ਜਦੋਂ ਬੇਨਤੀ ਕਰਾਂਗੇ ਨਾ, ਮੈਨੂੰ ਆਪਣੇ ਲੜ ਨਾਲ ਲਾ ਲਾ, ਉਹ ਜ਼ਰੂਰ ਲਾਊ, 100% ਲਾਊ। ਕਿਉਂਕਿ ਬਾਕੀ ਤਾਂ ਸਭ ਫਿੱਕੇ ਪੈ ਗਏ ਰਸ। ਜੋ ਆਪਾਂ ਸ਼ਬਦ ਪੜ੍ਹਦੇ ਆ ਨਾ, ਸਭੇ ਸਾਕ ਕੁੜਾਵੇ ਡਿੱਠਾ ਤਉ ਪੱਲੇ ਟੈਂਡੇ ਲੱਗ ਗਈ, ਲਿਹੋ ਪ੍ਰਭੂ ਲੜ ਲਾਏ। ਫੇਰ ਲੜਨ ਲੱਗ ਗਈ। ਉਹਨੇ ਆਪਣਾ ਪੱਲਾ ਫੜਾਤਾ। ਸ਼ਬਦ ਪੱਲਾ ਹੈ, ਸ਼ਬਦ ਹਿਰਦੇ 'ਚ ਵਸ ਗਿਆ, ਸ਼ਬਦ ਦਾ ਗਿਆਨ ਹੋ ਗਿਆ, ਸ਼ਬਦ ਦੀ ਵਿਚਾਰ ਸ਼ੁਰੂ ਹੋ ਗਈ, ਸ਼ਬਦ ਦੀ ਮਹਿਮਾ ਸ਼ੁਰੂ ਹੋ ਗਈ। ਇਹ ਲੜ ਲਾ ਲਿਆ ਜਿਹਨੂੰ, ਲਿਹੋ ਪ੍ਰਭੂ ਲੜ ਲਾਏ। ਆਪ ਤਿਆਗ ਬੇਨਤੀ ਕਰੇ। ਜਦੋਂ ਬੇਨਤੀ ਕੀਤੀ ਹਿਰਦੇ ਚੋਂ, ਉਹ ਪਰਮੇਸ਼ਰ ਨੇ ਆਪਣੇ ਲੜ ਨਾਲ ਲਾ ਲਿਆ, ਪੱਲੇ ਨਾਲ ਲਾ ਲਿਆ। ਜੋ ਹਰ ਕੰਤ ਮਲਾਈਆਂ ਸੇ ਵਿਛੜ ਕਤੇ ਨਾ ਜਾਏ, ਪ੍ਰਭ ਬਿਨ ਦੂਜਾ ਕੋ ਨਹੀਂ, ਨਾਨਕ ਹਰ ਸਰਣਾਏ। ਜਿਹਨਾਂ ਨੂੰ ਫਿਰ ਹਰੀ ਨੇ ਆਪ ਮਿਲਾ ਲਿਆ। ਜੋ ਹਰ ਕੰਤ ਮਿਲਾਈਆਂ, ਕੰਤ ਪਰਮੇਸ਼ਰ ਵਾਹਿਗੁਰੂ, ਪਤੀ, ਉਹ ਪਤੀ ਪਰਮੇਸ਼ਰ, ਇਹ ਜੀਵ ਰੂਪ ਇਸਤਰੀ, ਇਹ ਵਿਛੋੜਾ ਹੈ। ਬਸ ਇੰਨੀ ਹੀ ਗੱਲ ਹੈ। ਜੀਵਨ ਮਨੁੱਖਾ ਬਸ ਇੰਨਾ ਹੀ ਹੈ ਕਿ ਪ੍ਰਭੂ ਨੂੰ ਮਿਲਣਾ। ਐਦੂ ਬਿਨਾਂ ਇਹਦਾ ਕੋਈ ਕੰਮ ਨਹੀਂ ਹੈਗਾ। ਫਿਰ ਜਿਨ੍ਹਾਂ ਤੇ ਕਿਰਪਾ ਕੀਤੀ, ਜਿਨ੍ਹਾਂ ਅੰਦਰੇ ਪ੍ਰੇਮ ਪੈਦਾ ਹੋਇਆ, ਤੜਪ ਪੈਦਾ ਹੋਈ, ਫਿਰ ਉਹ ਪਰਮੇਸ਼ਰ ਦੇ ਅੱਗੇ ਬੇਨਤੀ ਕੀਤੀ, ਉਹਨੇ ਮਿਲਾ ਲਿਆ ਆਪਦੇ ਨਾਲ। ਜੋ ਹਰ ਕੰਤ ਮਿਲਾਈਆਂ, ਉਸ ਕੰਤ ਨੇ ਆਪਦੇ ਨਾਲ ਮਿਲਾ ਲਿਆ। ਸੇ ਵਿਛੜ ਕਤੇ ਨਾ ਜਾਏ, ਫੇਰ ਨਹੀਂ ਵਿਛੋੜਾ, ਫੇਰ ਵਿਛੋੜਾ ਨਹੀਂ ਹੁੰਦਾ। ਆਹ ਜਿਹੜਾ ਸਾਡਾ ਜਨਮ ਮਰਨ ਦਾ ਵਿਛੋੜਾ ਹੈ, ਇਹ ਪਰਮੇਸ਼ਰ ਨਾਲ ਵਿਛੋੜਾ ਪੈਣ ਕਰਕੇ ਜਨਮ ਮਰਨ 'ਚ ਬਾਰ-ਬਾਰ ਆਉਣਾ ਪੈਣਾ। ਜਦੋਂ ਇਹ ਵਿਛੋੜੇ ਦਾ ਦਰਦ ਖਤਮ ਹੋ ਗਿਆ, ਮਿਲ ਗਿਆ, ਫਿਰ ਇਹ ਜਿਹੜਾ ਸੰਸਾਰ ਦੇ ਵਿੱਚ ਆਉਣਾ ਜਾਣਾ, ਇਹ ਵੀ ਖਤਮ ਹੋ ਗਿਆ। ਇਹ ਵੀ ਦੁੱਖ ਖਤਮ ਹੋ ਗਿਆ। ਬਹੁਤ ਵੱਡਾ ਦੁੱਖ ਹੈ ਜਨਮ ਮਰਨ ਦਾ। ਮਹਾਰਾਜ ਕਹਿੰਦੇ ਫਿਰ ਵਿਛੜ ਕਤੇ ਨਾ ਜਾਏ, ਉਹ ਫਿਰ ਦੂਜੇ ਥਾਂ ਤੇ ਨਹੀਂ ਜਾਂਦੀਆਂ। ਉਹ ਵਿਛੋੜਾ ਵੀ ਨਹੀਂ ਹੁੰਦਾ। ਫਿਰ ਜਿਹਨੂੰ ਆਪ ਮਿਲਾਉਂਦਾ ਨਾ, ਉਹਦਾ ਵਿਛੋੜਾ ਨਹੀਂ ਹੋ ਸਕਦਾ। ਇਸ ਕਰਕੇ ਉਹ ਵਾਹਿਗੁਰੂ ਨੇ ਕਿਰਪਾ ਕੀਤੀ, ਮੈਨੂੰ ਆਪਣੇ ਨਾਲ ਮਿਲਾ ਲਿਆ। ਹੁਣ ਮੇਰਾ ਵਿਛੋੜਾ ਨਹੀਂ, ਮੈਂ ਹੋਰ ਦੂਜੇ ਥਾਂ ਤੇ ਜਾਂਦੀ ਵੀ ਨਹੀਂ। ਪ੍ਰਭ ਬਿਨ ਦੂਜਾ ਕੋ ਨਹੀਂ, ਨਾਨਕ ਹਰ ਸਰਣਾਏ। ਹੁਣ ਕੋਈ ਦੂਜੇ ਦੀ ਸ਼ਰਨ ਜਾਣ ਦੀ ਲੋੜ ਨਹੀਂ, ਕਿਉਂਕਿ ਮੈਂ ਉਹਦੀ ਸ਼ਰਨ ਚਲਿਆ ਗਿਆ ਜਿਹਦੇ ਵਰਗਾ ਕੋਈ ਦੁਨੀਆ 'ਚ ਹੈ ਹੀ ਨਹੀਂ, ਵੱਡਾ ਹੈ ਸਾਰਿਆਂ ਨਾਲੋਂ। ਉਹ ਵੱਡੇ ਦੀ ਸ਼ਰਨ ਚਲੇ ਗਏ। ਪ੍ਰਭ ਬਿਨ ਦੂਜਾ ਕੋ ਨਹੀਂ, ਨਾਨਕ ਹਰ ਸਰਣਾਏ। ਪ੍ਰਭੂ ਤੋਂ ਬਿਨਾਂ ਕੋਈ ਦੂਜਾ ਨਹੀਂ ਹੈਗਾ। ਕਿਸੇ ਦੂਜੇ ਦੀ ਸ਼ਰਨ 'ਚ ਆਪਾਂ ਜਾਈਏ। ਅੱਜ ਆਪਾਂ ਨੂੰ ਸਾਰਿਆਂ ਨੂੰ ਗਿਆਨ ਹੋ ਗਿਆ, ਇੱਕ ਦੀ ਸ਼ਰਨ 'ਚ ਆ ਜਾਓ ਜੇ ਤੁਸੀਂ ਆਪਣਾ ਜੀਵਨ ਸੁਖੀ ਕਰਨਾ ਚਾਹੁੰਦੇ ਹੋ। ਗੁਰੂ ਅਰਜਨ ਦੇਵ ਜੀ ਸਮਝਾ ਰਹੇ ਨੇ, ਅਸੂ ਸੁਖੀ ਬਸੰਦੀਆਂ ਜਿੰਨਾ ਮਾਇਆ ਹਰ ਰਾਏ। ਮਾਰੇ ਕਹਿੰਦੇ ਅੱਸੂ ਦੇ ਮਹੀਨੇ 'ਚ ਤੁਸੀਂ ਆਏ ਹੋ ਗੁਰਦੁਆਰੇ, ਸੁਣ ਲਓ ਧਿਆਨ ਦੇ ਨਾਲ। ਉਹੀ ਸੁਖੀ ਵਸਣਗੀਆਂ, ਉਹੀ ਸੁਖੀ ਵਸਦੀਆਂ। ਅੱਸੂ ਦੇ ਮਹੀਨੇ ਰਾਹੀਂ ਸਮਝਾ ਰਹੇ ਨੇ। ਕਹਿੰਦੇ ਉਹ ਸਦਾ ਹੀ ਸੁਖੀ ਵਸਦੀਆਂ। ਅੱਸੂ ਦੇ ਮਹੀਨੇ ਰਾਹੀਂ ਕੀ ਕਹਿੰਦੇ ਨੇ? ਅੱਸੂ ਸੁਖੀ ਵਸੰਦੀਆਂ ਜਿੰਨਾ ਮਾਇਆ ਹਰ ਰਾਏ, ਜਿਨ੍ਹਾਂ ਤੇ ਪਰਮੇਸ਼ਰ ਨੇ ਮਿਹਰ ਕਰਕੇ ਆਪਦੇ ਨਾਲ ਮਿਲਾ ਲਿਆ। ਮਾਇਆ ਹੁੰਦੀ ਆ ਮਿਹਰ, ਬਖਸ਼ਿਸ਼। ਇੱਕ ਨਾ ਹੁਕਮੀ ਬਖਸ਼ੀਸ਼, ਇੱਕ ਹੁਕਮੀ ਸਦਾ ਭਵਾਈ ਹੈ। ਬਖਸ਼ਿਸ਼ ਹੋ ਗਈ। ਬਸ ਆਹੀ ਬਖਸ਼ਿਸ਼ ਲੈਣ ਲਈ ਗੁਰਦੁਆਰੇ ਆਏ ਆ।
ਇਹੀ ਮਿਹਰ ਲੈਣ ਲਈ ਗੁਰਦੁਆਰੇ ਆਏ ਆ। ਬਾਕੀ ਦਾ ਸਭ ਕੁਝ ਇਹਦੇ ਜਿਵੇਂ ਕਿ ਹਾਥੀ ਦੀ ਪੈੜ 'ਚ ਆਪਾਂ ਕਹਿ ਦਿੰਦੇ ਸਾਰਾ ਕੁਝ ਹੀ ਆ ਜਾਂਦਾ ਨਾ, ਬਸ ਆਹ ਮਿਹਰ ਹੋ ਗਈ ਤਾਂ ਬਾਕੀ ਤਾਂ ਸਾਰੀਆਂ ਵਸਤੂਆਂ ਤੁਹਾਡੇ ਮਗਰ ਮਗਰ ਫਿਰਨਗੀਆਂ। ਇਹ ਗੁਰਬਾਣੀ ਕਹਿ ਰਹੀ ਹੈ, ਮੈਂ ਨਹੀਂ ਕਹਿ ਰਿਹਾ। ਮਹਾਰਾਜ ਕਹਿੰਦੇ 9 ਨਿਧਾਂ 18 ਸਿੱਧਾਂ ਪਿੱਛੇ ਲੱਗੀਆ ਫਿਰ, ਜੋ ਹਰ ਹਿਰਦੇ ਸਦਾ ਵਸਾਏ। ਜਿਨ੍ਹਾਂ ਦੇ ਹਿਰਦੇ 'ਚ ਵਾਹਿਗੁਰੂ ਵਸ ਗਿਆ ਉਹਨਾਂ ਨੂੰ ਫਿਰ ਵਾਹਿਗੁਰੂ ਤੇ ਭਰੋਸਾ ਹੈ, ਪੂਰਨ ਪ੍ਰਤੀਤ ਹੈ। ਮਹਾਰਾਜ ਕਹਿੰਦੇ ਅੱਸੂ ਦੇ ਮਹੀਨੇ 'ਚ ਫਿਰ ਉਹ ਸਦਾ ਹੀ ਸੁਖੀ ਵਸਦੀਆਂ। ਅੱਸੂ ਦਾ ਮਹੀਨੇ ਦੇ ਰਾਹੀਂ ਸਮਝਾ ਰਹੇ ਨੇ, ਜੇ ਤੁਸੀਂ ਵੀ ਸੁਖੀ ਹੋਣਾ ਚਾਹੁੰਦੇ ਹੋ ਤੇ ਪ੍ਰਭੂ ਦੀ ਸ਼ਰਨ 'ਚ ਆ ਜਾਓ, ਪ੍ਰਭੂ ਨਾਲ ਮਿਲਾਪ ਕਰੋ, ਗੁਰੂ ਦੀ ਸ਼ਰਨ 'ਚ ਆ ਜਾਓ, ਗੁਰੂ ਦੇ ਰਾਹੀਂ ਪ੍ਰਭੂ ਨਾਲ ਮਿਲਾਪ ਹੁੰਦਾ ਹੈ। ਸੋ ਅੱਸੂ ਸੁਖੀ ਵਸੰਦੀਆਂ ਜਿੰਨਾ ਮਾਇਆ ਹਰ ਰਾਏ। ਰਾਏ ਰਾਜਾ, ਵੱਡਾ ਰਾਜਾ, ਰਾਏ ਪਰਮੇਸ਼ਰ ਜਿਨ੍ਹਾਂ 'ਤੇ ਖੁਸ਼ ਹੋ ਗਿਆ। ਸੋ ਸਤਿਗੁਰ ਕਿਰਪਾ ਕਰਨ, ਇਹ ਜੋ ਆਪਾਂ ਸ਼ਬਦ ਦੀ ਵਿਚਾਰ ਕੀਤੀ ਹੈ ਸਤਿਗੁਰਾਂ ਨੇ ਆਪ ਤਰੁੱਠ ਕੇ ਕਰਾਈ ਹੈ, ਇਹ ਆਪਣੇ ਸਾਰਿਆਂ ਦੇ ਹਿਰਦੇ 'ਚ ਵਸ ਜਾਵੇ ਤਾਂ ਕਿ ਸਾਡਾ ਵੀ ਉਸ ਪ੍ਰਭੂ ਨਾਲ ਮਿਲਾਪ ਹੋ ਜਾਵੇ। ਇਹ ਕਿਤੇ ਜੀਵਨ ਐਵੇਂ ਨਾ ਲੰਘ ਜਾਵੇ। ਇਹ ਅਰਦਾਸਾਂ ਹੈ, ਬੇਨਤੀਆਂ, ਦੇਹੋ ਸੱਜਣ ਅਸੀਸੜੀਆ, ਜੋ ਹੋਵੇ ਸਾਹਿਬ ਸੋ ਮੇਲ, ਹੋਈਆਂ ਭੁੱਲਾਂ ਚੁੱਕਾਂ ਦੀ ਮੁਆਫੀ। ਆਓ ਗੁਰਮੁਖਾ ਪਾਸੋਂ 12 ਮਾਹਾਂ ਜੀ ਦੇ ਜਾਪ ਉਪਰੰਤ ਅਰਦਾਸ ਬੇਨਤੀ। ਵਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।